घरे कहिए भी बच्चा टेस्ट दे रहा स्टडी कर रहा वो कंसनट्रेशन या वो सीरीयसनैस है, मैं नहीं मानता इस चीज़ ਨੂੰ। सो ऑफलाइन जल्दी शुरू होएगी, बच्चों का भविष्य बनेगा, नहीं शायद बच्चों का भविष्य खतरे च जी है बच्चों वास्ते। ऑफलाइन दे बहुत सारे बेनिफिट्स है। बच्चे जिहड़े हैगे पर्सनल कॉन्टैक्ट दे विच आउंदे, टीचर्स जिहड़ियां हैगियां अपने बच्चों नूं उन्हां नूं इंडिविजुअली मॉनिटर करदे आ, ओहदियां बच्चों दीयां कमजोरियां, बच्चों दीयां जिहड़ियां हैगियां स्ट्रेंथ्स सब कुछ सानूं पता हुंदा है। ਅਸੀਂ ਉਹਨਾਂ ਨੂੰ ਉਸ ਦੇ ਅਕੋਰਡਿੰਗ ਤਿਆਰ ਕਰਦੇ ਹਾਂ। ਨਾਲੇ ਬੱਚਾ ਜਿਹੜੇ ਹੈਗੇ ਇੰਟਰਪਰਸਨਲ ਔਰ ਇੰਟਰਾਪਰਸਨਲ ਉਹਨਾਂ ਦੀ ਜਿਹੜੀ ਹੈਗੀ ਇੱਕ ਦੂਸਰੇ ਦੇ ਨਾਲ ਇੱਕ ਜਿਹੜੀ ਹੈਗੀ ਹੈ ਕਨਵਰਸੇਸ਼ਨ ਹੁੰਦੀ ਹੈ। ਉਹਦੇ ਨਾਲ ਕੀ ਹੈਗਾ ਕਿ ਬੱਚੇ ਸਿਰਫ ਟੀਚਰਸ ਤੋਂ ਹੀ ਨਹੀਂ ਸਿੱਖਦੇ, ਆਪਦੇ ਪੀਅਰ ਗਰੁੱਪ ਤੋਂ ਵੀ ਬਹੁਤ ਕੁਝ ਸਿੱਖਦੇ ਨੇ। ਸੋ ਸਾਡੀ ਤਾਂ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਆਫਲਾਈਨ ਸਟੱਡੀਜ਼ ਦਾ ਮੁਕਾਬਲਾ ਕਦੇ ਵੀ ਆਨਲਾਈਨ ਨਹੀਂ ਕਰ ਸਕਦੇ। ਆਨਲਾਈਨ ਤਾਂ ਸਿਰਫ ਇੱਕ ਖਾਨਾ ਪੂਰਤੀ ਹੈ, ਸਾਨੂੰ ਇੱਕ ਆਪਣੇ ਬੱਚਿਆਂ ਦੇ ਨਾਲ ਕੰਟੈਕਟ ਬਣਾਈ ਰੱਖਣ ਦੇ ਵਿੱਚ ਸਾਨੂੰ ਸਹਾਇਤਾ ਦੇ ਰਹੀ ਹੈ। ਬੱਚਿਆਂ ਨੂੰ ਛੋਟ-ਛੋਟ ਚੀਜ਼ਾਂ ਅਸੀਂ ਸਿਖਾ ਸਕਦੇ ਹਾਂ, ਪਰ 100% ਸਟੱਡੀ ਆਫਲਾਈਨ ਦੇ ਵਿੱਚ ਹੀ ਹੋ ਸਕਦੀ ਹੈ। ਓਕੇ, ਕਲਾਸਾਂ ਆਨਲਾਈਨ ਜਾਂ ਆਫਲਾਈਨ? ਸਰ ਬਿਲਕੁਲ ਜਿੱਦਾਂ ਮੈਮ ਨੇ ਦੱਸਿਆ, ਸਰ ਨੇ ਦੱਸਿਆ, ਜਿਹੜੀ ਸਟੱਡੀ ਹੈ ਬੱਚਿਆਂ ਲਈ ਉਹਦੇ 'ਚ ਤਾਂ ਕੋਈ ਡਾਊਟ ਹੀ ਨਹੀਂ ਹੈ ਕਿ ਸਿਰਫ ਆਫਲਾਈਨ ਹੀ ਹੈ ਜਿਹਦੇ ਵਿੱਚ ਐਕਚੁਅਲੀ ਅਸੀਂ ਬੱਚਿਆਂ ਨੂੰ ਐਜੂਕੇਟ ਕਰ ਪਾਵਾਂਗੇ। ਜਿਹੜਾ ਆਨਲਾਈਨ ਹੈ ਉਹਦੇ ਵਿੱਚ ਇਹ ਹੈ ਕਿ ਅਸੀਂ ਬੱਚਿਆਂ ਨੂੰ ਨੌਲੇਜ ਦੇ ਰਹੇ ਹਾਂ ਆਪਦੇ ਕੰਨਿਓ, ਲੇਕਿਨ ਬੱਚੇ ਉਸ ਨੂੰ ਕਿਸ ਤਰ੍ਹਾਂ ਲੈ ਰਹੇ ਹੈ, ਲੈ ਵੀ ਰਹੇ ਨੇ ਜਾਂ ਨਹੀਂ ਲੈ ਰਹੇ ਨੇ। ਇੱਕ ਤਾਂ ਇਹ ਬਹੁਤ ਵੱਡਾ ਚੈਲੰਜ ਹੈ। ਦੂਸਰੀ ਗੱਲ ਇਹ ਹੈ ਕਿ ਬੱਚੇ ਇੱਕ ਪਾਰਟਿਕੂਲਰ ਏਜ ਤੱਕ ਜਿੰਨਾ ਆਪਦੇ ਪੀਅਰ ਗਰੁੱਪ ਦੇ ਵਿੱਚ ਰਹਿ ਕੇ ਸਿੱਖਦੇ ਨੇ, ਉਹਨਾਂ ਉਹ ਇਕੱਲੇ ਘਰ ਬੈਠ ਕੇ ਕੰਪਿਊਟਰ ਦੇ ਅੱਗੇ ਬੈਠ ਕੇ ਸਿੱਖ ਹੀ ਨਹੀਂ ਸਕਦੇ। ਜੇ ਉਸ ਤਰ੍ਹਾਂ ਦਾ ਸਿਸਟਮ ਹੋਵੇ ਤਾਂ ਆਪਾਂ ਨੂੰ ਪੂਰਾ ਐਜੂਕੇਸ਼ਨ ਸਿਸਟਮ ਹੈ ਜਿਹੜਾ ਉਹ ਇੱਕ ਡਿਫਰੈਂਟ ਲੈਵਲ ਤੱਕ ਇਵੋਲਵ ਹੋਣਾ ਪਏਗਾ। ਤੇ ਜਿਹੜੀ ਸਭ ਤੋਂ ਇਸ ਟਾਈਮ ਦੇ ਵਿੱਚ, ਇਸ ਪੈਂਡੇਮਿਕ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਈ ਹੈ ਉਹ ਆਈ ਹੈ ਬੱਚਿਆਂ ਦੀ ਮੈਂਟਲ ਹੈਲਥ ਨੂੰ ਲੈ ਕੇ। ਬਿਕੋਜ਼ ਪੇਰੈਂਟਸ ਵੀ ਬਾਹਰ ਜਾਂਦੇ ਨੇ, ਆਪਣੇ ਕੰਮ ਤੇ ਚਲੇ ਜਾਂਦੇ ਨੇ, ਆਪਣੇ ਸਰਕਲ 'ਚ ਘੁੰਮਦੇ ਨੇ। ਜੇ ਕਿਸੇ ਨੇ ਸਭ ਤੋਂ ਜ਼ਿਆਦਾ ਸਫਰ ਕੀਤਾ ਹੈਗਾ ਉਹ ਸਕੂਲ ਕਿਡਸ ਨੇ ਕੀਤਾ ਹੈ, ਕਿਉਂਕਿ ਉਹਨਾਂ ਨੂੰ ਆਪਾਂ ਆਪਣੇ ਫਰੈਂਡਸ ਨੂੰ ਨਹੀਂ ਮਿਲ ਪਾ ਰਹੇ, ਪੀਅਰ ਗਰੁੱਪ ਨੂੰ ਨਹੀਂ ਮਿਲ ਪਾ ਰਹੇ। ਉਹਨਾਂ ਨੂੰ ਸਿਰਫ ਆਪਾਂ ਜੇ ਪੜ੍ਹਾ ਰਹੇ ਹਾਂ ਆਨਲਾਈਨ ਟਾਈਮ, ਉਹਨਾਂ ਦਾ ਸਕਰੀਨ ਟਾਈਮ ਡੈਫੀਨੇਟਲੀ ਵੱਧ ਰਿਹਾ ਹੈਗਾ, ਜਿਹਦੇ ਨਾਲ ਕਿ ਸਿਰਫ ਸਕਰੀਨ ਟਾਈਮ ਹੀ ਨਹੀਂ ਵੱਧ ਰਿਹਾ ਕਿਉਂਕਿ ਉਹ ਉਸ ਲੈਵਲ ਤੱਕ ਸ਼ਾਇਦ ਮੋਨੀਟਰ ਹੀ ਨਹੀਂ ਹੋ ਰਹੇਗੇ ਕਿਹੜੇ ਪਲੇਟਫਾਰਮ ਤੇ ਉਹਨਾਂ ਦੀਆਂ ਕਲਾਸਿਸ ਲੱਗ ਰਹੀਆਂ। ਕੁਝ ਇੱਕ ਪਲੇਟਫਾਰਮਸ ਇਹੋ ਜਿਹੇ ਨੇ ਜਿਨ੍ਹਾਂ ਤੇ ਕਲਾਸਿਸ ਲੱਗ ਰਹੀਆਂ ਨੇ ਜਿਨ੍ਹਾਂ 'ਚ ਹੋਰ ਬਹੁਤ ਤਰ੍ਹਾਂ ਦੇ ਐਕਸਪੋਜ਼ਰਸ ਆ ਰਹੇ ਨੇ ਜਿਹੜੇ ਬੱਚਿਆਂ ਦੇ ਮੈਂਟਲ ਹੈਲਥ ਲਈ ਬਹੁਤ ਹੀ ਸਿਕਨਿੰਗ ਨੇ, ਬਹੁਤ ਹੀ ਅਲਾਰਮਿੰਗ ਨੇ ਆਈ ਵੁੱਡ ਸੇ ਆਪਣੀ ਜਨਰੇਸ਼ਨ ਲਈ। ਕਿਉਂਕਿ ਜੇ ਉਸ ਸਟੇਜ ਤੇ ਉਹ ਬੱਚਿਆਂ ਨੂੰ ਐਕਸਪੋਜ਼ਰ ਮਿਲਣਾ ਚਾਹੀਦਾ ਹੈ ਜਾਂ ਨਹੀਂ ਮਿਲਣਾ ਚਾਹੀਦਾ, ਉਹ ਇਵਨ ਉਸ ਚੀਜ਼ ਨੂੰ ਜੱਜ ਕਰਨ ਲਈ ਵੀ ਸ਼ਾਇਦ ਆਪਣੇ ਪੇਰੈਂਟਸ ਵੀ ਉਸ ਲੈਵਲ ਤੱਕ ਜੱਜ ਨਹੀਂ ਕਰਦੇ, ਕਿਉਂਕਿ ਕਈ ਵਾਰੀ ਇਹ ਹੁੰਦੇ ਉਹ ਪੇਰੈਂਟਸ ਦੇ ਡਿਵਾਈਸ ਤੋਂ ਲਾ ਰਹੇ ਹੁੰਦੇ ਨੇ ਤੇ ਜੋ ਕੁਝ ਪੇਰੈਂਟਸ ਦੇਖਦੇ ਨੇ ਆਪਣੇ ਉਸ ਚੀਜ਼ ਉਹ ਰਿਪੀਟਡ ਉਹਨਾਂ ਦੀਆਂ ਕਲਾਸਿਸ ਦੇ ਵਿੱਚ ਵੀ ਜੋ ਜ਼ੂਮ ਤੇ ਲਾ ਰਹੇ ਨੇ ਉਹ ਚੱਲ ਰਿਹਾ ਹੁੰਦਾਗਾ। ਉਹਨਾਂ ਸਾਰੀਆਂ ਚੀਜ਼ਾਂ ਵੀ ਬਹੁਤ ਗਲਤ ਤਰੀਕੇ ਦੇ ਨਾਲ ਬੱਚਿਆਂ ਨੂੰ ਇਫੈਕਟ ਕਰ ਰਹੀਆਂ ਨੇ। ਦਿਸ ਇਜ਼ ਸਾਈਡ ਇਫੈਕਟਸ ਆਫ ਦ ਆਨਲਾਈਨ ਐਜੂਕੇਸ਼ਨ। ਜੇ ਆਪਾਂ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਚੱਲੀਏ ਤਾਂ ਜੋ ਵੀ ਅਸੀਂ ਕੰਟੈਂਟ ਵੀ ਡਿਲੀਵਰ ਕਰ ਰਹੇ ਹਾਂ ਉਹਦੇ 'ਚ ਬੱਚਾ ਕਿੰਨਾ ਚਿਰ ਕੰਸਨਟਰੇਟ ਕਰ ਰਿਹਾ ਹੈ, ਕਿੰਨਾ ਚਿਰ ਉਹ ਬੱਚਾ ਉਸ ਨੂੰ ਗ੍ਰੈਸਪ ਕਰ ਰਿਹਾ, ਐਕਚੁਅਲੀ ਟੀਚਰਸ ਦੀ ਮੋਨੀਟਰਿੰਗ ਤੋਂ ਬਿਲਕੁਲ ਬਾਹਰ ਹੈ। ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਸ਼ਾਇਦ ਜਿਹੜੇ ਫਸਟ ਜਨਰੇਸ਼ਨ ਲਰਨਰਸ ਨੇ ਜਿਨ੍ਹਾਂ ਦੇ ਪੇਰੈਂਟਸ ਵੀ ਮੋਨੀਟਰ ਨਹੀਂ ਕਰ ਪਾ ਰਹੇਗੇ, ਉਹਨਾਂ ਨੂੰ ਹੋਰ ਵੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿਉਂਕਿ ਉਹ ਵਿਚਾਰੇ ਆਪਣੇ ਬੱਚਿਆਂ ਨੂੰ ਦੱਸ ਹੀ ਨਹੀਂ ਪਾ ਰਹੇਗੇ, ਨਾ ਹੀ ਬੱਚੇ ਕੰਪਰੀਹੈਂਡ ਕਰ ਪਾ ਰਹੇ ਨੇ। ਉਹ ਕਈ ਵਾਰੀ ਤਾਂ ਉਹਨਾਂ ਦੀ ਕਲਾਸ ਹੀ ਨਹੀਂ ਲੱਗ ਪਾਉਂਦੀ ਕਿਉਂਕਿ ਉਹਨਾਂ ਨੂੰ ਲੌਗਇਨ ਕਰਨ ਵਾਲਾ ਬੰਦਾ ਹੀ ਨਹੀਂ ਹੁੰਦਾ ਉਹਨਾਂ ਕੋਲ। ਇਹ ਇੱਕ ਹੋਰ ਜ਼ਿਆਦਾ ਉਹ ਹੈਗਾ। ਜਿੱਥੇ ਦੋਨੋਂ ਪੇਰੈਂਟਸ ਵਰਕਿੰਗ ਹੈ ਉੱਥੇ ਵੀ ਉਹੀ ਪ੍ਰੋਬਲਮ ਹੈ, ਬੱਚਿਆਂ ਨੂੰ ਰਿਕਾਰਡਡ ਕਲਾਸਿਸ ਦਿਖਾ ਰਹੇ ਨੇ, ਆਨਲਾਈਨ ਕਲਾਸ ਨਹੀਂ ਅਟੈਂਡ ਹੋ ਰਹੀਗੀ ਤੇ ਕਿਸੇ ਕਿਸਮ ਦੀ ਰੈਗੂਲੈਰਿਟੀ ਜਾਂ ਡਿਸਪਲਿਨ ਜਿਹੜਾ ਹੈਗਾ ਐਜੂਕੇਸ਼ਨ ਦੇ ਵਿੱਚ ਉਹ ਨਹੀਂ ਰਿਹਾਗਾ। ਸੀਇੰਗ ਇਨ ਦਿਸ ਪੈਂਡੇਮਿਕ ਆਨਲਾਈਨ ਕਲਾਸਿਸ ਦੇ ਵਿੱਚ ਇਹੀ ਹੈਗਾ ਗੁਜ਼ਾਰਿਸ਼ ਸਾਰਿਆਂ ਲਈ, ਸਰਕਾਰ ਲਈ ਕਿ ਉਹ ਕੁਝ ਜਲਦੀ ਤੋਂ ਜਲਦੀ ਜਿਹੜੀ ਵੈਕਸੀਨੇਸ਼ਨ ਵਾਲੀ ਸਪਰੀ ਹੈਗੀ ਹੈ ਇਹਨੂੰ ਫਾਸਟ ਕਰਨ ਤੇ ਜਲਦੀ ਤੋਂ ਜਲਦੀ ਆਫਲਾਈਨ ਜਿਹੜੀ ਐਜੂਕੇਸ਼ਨ ਹੈਗੀ ਹੈ ਬੱਚਿਆਂ ਲਈ ਉਹ ਸ਼ੁਰੂ ਹੋ। ਜੀ ਹਾਂਜੀ ਮਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਆਨਲਾਈਨ ਸਾਨੂੰ ਸਕੂਲਾਂ ਨੂੰ ਬੱਚਿਆਂ ਨੂੰ ਪੜਾਉਣਾ ਪਿਆ, ਇੱਕ ਉਦੋਂ ਮਜਬੂਰੀ ਸੀ, ਕੋਈ ਹੱਲ ਵੀ ਨਹੀਂ ਸੀ ਇਸ ਤਰ੍ਹਾਂ ਦਾ ਕਿ ਅਸੀਂ ਬੱਚਿਆਂ ਨੂੰ ਸਿੱਖਿਆ ਨਾਲ ਜੋੜ ਸਕਦੇ। ਇਸ ਕਰਕੇ ਅਸੀਂ ਬੱਚਿਆਂ ਨੂੰ ਆਨਲਾਈਨ ਕੰਮ ਦੇਣਾ ਸ਼ੁਰੂ ਕੀਤਾ। ਪਰ ਸਾਨੂੰ ਹੈਰਾਨੀ ਉਦੋਂ ਹੁੰਦੀ ਸੀ ਜਦੋਂ ਆਨਲਾਈਨ ਪੜਾਉਣ ਦੇ ਉੱਤੇ ਵੀ ਸਿਆਸਤ ਚੱਲ ਪਈ, ਉਧਰੋਂ ਪੇਰੈਂਟਸ ਵੀ ਉਧਰੋਂ ਸਰਕਾਰ ਵੀ। ਪਰ ਸਕੂਲ ਦਾ ਜਿਹੜਾ ਟੀਚਰ ਸੀ ਉਹਨੂੰ ਆਪਣੇ ਬੱਚਿਆਂ ਦਾ ਫਿਕਰ ਸੀ ਕਿ ਅਸੀਂ ਸਾਡੇ ਬੱਚੇ ਜੇ ਨਾ ਪੜ੍ਹੇ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਬੜਾ ਔਖਾ ਹੋ ਜਾਵੇਗਾ, ਕਿਉਂਕਿ ਭਾਵੇਂ ਆਨਲਾਈਨ ਜਿਹੜੀ ਪੜ੍ਹਾਈ ਹੈ ਕੋਈ ਜ਼ਿਆਦਾ ਸੌਖੀ ਵੀ ਨਹੀਂ ਸੀ, ਬੱਚਿਆਂ ਵਾਸਤੇ ਵੀ ਔਖਾ ਸੀ, ਪੇਰੈਂਟਸ ਵਾਸਤੇ ਵੀ ਔਖਾ ਸੀ, ਕਿਉਂਕਿ ਸਾਡੇ ਜਿਹੜੇ ਪੇਰੈਂਟਸ ਇੰਨੇ
ਬਹੁਤ ਪੇਰੈਂਟਸ ਆ ਜਿਹੜੇ ਬੱਚੇ 2-3 ਬੱਚੇ ਮੋਬਾਈਲ ਵੀ ਨਹੀਂ ਲੈ ਕੇ ਦੇ ਸਕਦੇ, ਪਰ ਮਜਬੂਰੀ ਬਸ ਇਹ ਸਿੱਖਿਆ ਦੇਣੀ ਜ਼ਰੂਰੀ ਸੀ ਤਾਂ ਕਿ ਬੱਚੇ ਦੂਰ ਨਾ ਹੋ ਜਾਣ। ਪਰ ਸਰਕਾਰ ਨੇ ਇਸ ਕੰਮ ਦੇ ਵਿੱਚ ਹੋਰਾਂ ਵੀ ਸਾਡੀ ਸਹਾਇਤਾ ਨਹੀਂ ਕੀਤੀ। ਕਦੇ ਸਾਡੇ ਨਾਲ ਬੁਲਾ ਕੇ ਮੀਟਿੰਗਾਂ ਨਹੀਂ ਕੀਤੀਆਂ ਵੀ ਤੁਹਾਨੂੰ ਕੀ ਸਮੱਸਿਆ ਆਉਂਦੀ ਹੈ, ਕਿਉਂਕਿ ਉੱਥੇ ਬਿਲ ਬੈਠਣ ਵਾਲੀ ਇਹਨਾਂ ਸਮੱਸਿਆਵਾਂ ਦੇ ਹੱਲ ਹੁੰਦੇ ਆ। ਕਈ ਪੇਰੈਂਟ ਜਥੇਬੰਦੀਆਂ ਤਾਂ ਇੱਥੋਂ ਤੱਕ ਹੋ ਗਈਆਂ ਕਿ ਸਕੂਲਾਂ ਨੂੰ ਉਹ ਬੜੇ ਭੜੇ ਲਫ਼ਜ਼ ਜਿਹੜੇ ਸਾਨੂੰ ਵਰਤਣੇ ਵੀ ਔਖੇ ਆ ਉਹ ਸਾਡੇ ਵਾਸਤੇ ਵਰਤਦੇ ਸੀਗੇ। ਚੋਰ ਲਫ਼ਜ਼ ਆਦੇ ਸੀ, ਮਾਫੀ ਆਦੇ ਸੀ, ਪਰ ਮੈਨੂੰ ਇਹ ਹੈਰਾਨੀ ਹੁੰਦੀ ਸੀ ਇਹ ਲਫ਼ਜ਼ ਵਰਤਣ ਦੇ ਬਾਵਜੂਦ ਵੀ ਫਿਰ ਵੀ ਪੜ੍ਹਾਈ ਸਾਡੇ ਕੋਲੇ ਕਿਉਂ ਸੀ? ਸਾਡੇ ਕੋਲੇ ਹੀ ਪੜ੍ਹਾਉਂਦੇ ਸੀ। ਸਰਕਾਰੀ ਸਕੂਲਾਂ ਦੇ ਵਿੱਚ ਫ੍ਰੀ ਪੜ੍ਹਾਇਆ ਜਾਂਦਾ, ਉੱਥੇ ਫਿਰ ਵੀ ਨਹੀਂ ਲਾਉਂਦੇ। ਪਰ ਸਰਕਾਰ ਨੇ ਵੀ ਕਹਿਣਾ ਕਿ ਤੁਸੀਂ ਫੀਸ ਨਾ ਦਿਓ, ਇਹਨਾਂ ਨੂੰ ਦਾਖਲਾ ਨਾ ਦਿਓ, ਪਰ ਅਸੀਂ ਆਪਦੇ ਟੀਚਰਾਂ ਨੂੰ ਤਨਖਾਹ ਨਹੀਂ ਦੇਣੀ। ਸਾਡੇ ਕੋਲੇ ਕੋਈ ਇਸ ਤਰ੍ਹਾਂ ਦੀ ਕੋਈ ਬੰਦੋਬਸਤ ਨਹੀਂ, ਅਸੀਂ ਆਪਦੇ ਕੋਲੋਂ ਟੀਚਰਾਂ ਨੂੰ ਤਨਖਾਹ ਦੇ ਸਕੀਏ। ਪਰ ਹੁਣ ਜਿਹੜੀ ਸਾਨੂੰ ਸਮੱਸਿਆ ਆਈ ਸਕੂਲ ਖੋਲ੍ਹਣ ਵਾਸਤੇ, ਸਰਕਾਰ ਨੂੰ ਪ੍ਰੋਟੈਸਟ ਵੀ ਸਾਨੂੰ ਕਰਨੇ ਪਏ, ਕਿਉਂਕਿ ਸਾਡੇ ਨਾਲ ਹੀ ਹਰਿਆਣਾ ਲੱਗਦਾ, ਉੱਥੇ 2 ਕਿਲੋਮੀਟਰ ਤੇ ਸਕੂਲ ਲੱਗ ਰਹੇ ਸੀਗੇ ਤੇ ਪੰਜਾਬ ਦੇ ਵਿੱਚ ਸਕੂਲ ਬੰਦ ਪਏ ਸੀਗੇ। ਇਸ ਕਰਕੇ ਮੈਂ ਇਹੀ ਕਹਾਂਗਾ ਕਿ ਸਰਕਾਰ ਨੂੰ ਸਾਡੀ ਉਹਨੂੰ ਮਦਦ ਕਰਨੀ ਚਾਹੀਦੀ ਹੈ। ਕਿੱਥੇ ਅਸੀਂ ਸਰਕਾਰ ਦਾ ਕਿੰਨਾ ਵੱਡਾ ਢਾਂਚਾ ਹੈ, ਅੱਧੇ ਤੋਂ ਜ਼ਿਆਦਾ ਬੱਚੇ ਸਾਡੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ, ਤੇ ਜੇ ਸਾਰੀ ਸਰਕਾਰ ਨੂੰ ਪੜਾਉਣੇ ਪੈ ਜਾਣ, ਮੈਨੂੰ ਨਹੀਂ ਲੱਗਦਾ ਸਰਕਾਰ ਇੰਨਾ ਖਰਚਾ ਝੱਲ ਲਵੇਗੀ। ਪਰ ਸਾਡੇ ਸਕੂਲਾਂ ਵਾਸਤੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ, ਸਾਡੀ ਮਦਦ ਵੀ ਕਰਨੀ ਚਾਹੀਦੀ ਹੈ। ਹਾਲਾਂਕਿ ਇੱਥੋਂ ਤੱਕ ਸਾਡੀਆਂ ਬੱਸਾਂ ਵੀ ਨਹੀਂ ਚੱਲਦੀਆਂ। 9 ਮਹੀਨੇ ਦਾ ਭਾਵੇਂ ਟੈਕਸ ਮਾਫ ਕੀਤਾ ਗਿਆ, ਪਰ ਹੁਣ ਫੇਰ ਲਗਾਤਾਰ ਲੱਗ ਰਿਹਾ। ਪਰ ਇੱਕ ਸਾਨੂੰ ਇਹ ਵੀ ਨਹੀਂ ਸਮਝ ਆਉਂਦੀ ਕਿ ਅਸੀਂ ਕਮਰਸ਼ੀਅਲ ਹੈ ਕਿ ਅਸੀਂ ਕਮਰਸ਼ੀਅਲ ਨਹੀਂ ਹਾਂ। ਸਾਡੇ ਬਿਜਲੀ ਦੇ ਬਿੱਲ ਕਮਰਸ਼ੀਅਲ ਲੱਗਦੇ ਆ। ਸਰਕਾਰ ਕਹਿੰਦੀ ਤੁਸੀਂ ਸੇਵਾ ਵਾਲੇ ਬੰਦੇ ਹੋ, ਪਰ ਫਿਰ ਸਾਨੂੰ ਇਹ ਨਹੀਂ ਪਤਾ ਲੱਗਦਾ। ਸਰਕਾਰ ਇਹ ਦੱਸ ਵੀ ਨਹੀਂ ਰਹੀ, ਜਿੱਥੇ ਉਹਨੂੰ ਲੋੜ ਹੁੰਦੀ ਉੱਥੇ ਸਾਨੂੰ ਕਮਰਸ਼ੀਅਲ ਕਰ ਦਿੰਦੇ ਆ, ਜਿੱਥੇ ਨਹੀਂ ਲੋੜ ਹੁੰਦੀ ਉੱਥੇ ਸਾਨੂੰ ਸੇਵਾ ਦੇ ਵਿੱਚ ਪਾ ਦਿੰਦੇ ਆ। ਪਰ ਮੈਂ ਇਹੀ ਕਹਾਂਗਾ ਪੜ੍ਹਾਈ ਦੇ ਉੱਤੇ ਸਿਆਸਤ ਨਾ ਹੋਏ। ਸਾਡੀ ਮੈਂ ਕਹਿੰਦਾ ਮਦਦ ਨਹੀਂ, ਸਾਨੂੰ ਬੈਠ ਕੇ ਸਲਾਹ ਦਿੱਤੀ ਜਾਵੇ ਕਿ ਤੁਸੀਂ ਇਸ ਤਰ੍ਹਾਂ ਬੱਚਿਆਂ ਨਾਲ ਪੜ੍ਹਾਵੋ ਉਹਨਾਂ ਨੂੰ। ਤਾਂ ਮੈਂ ਫਿਰ ਇਹੀ ਕਹਿਣਾ ਕਿ ਛੇਤੀ ਤੋਂ ਛੇਤੀ ਸਰਕਾਰ ਨੂੰ ਆਫਲਾਈਨ ਪੜ੍ਹਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਭਾਵੇਂ ਕਲਾਸਾਂ ਦੇ ਵਿੱਚ 10-10 ਬੱਚੇ ਹੋਣ, ਉਹ ਬੱਚਿਆਂ ਦਾ ਬੜਾ ਫਾਇਦਾ ਹੋਵੇਗਾ। ਪਰ ਅਸੀਂ ਪੜ੍ਹਾਏ, ਪਰ ਉਹ ਸਾਡੇ ਪੜ੍ਹਾਉਣ ਦਾ ਭਾਵੇਂ ਆਨਲਾਈਨ ਪੜ੍ਹਾਇਆ, ਭਾਵੇਂ ਕੁਝ ਚਿਰ ਅਸੀਂ ਆਫਲਾਈਨ ਹੀ ਪੜ੍ਹਾਇਆ, ਪਰ ਉਹ ਪੜ੍ਹਾਇਆ ਸਾਡੇ ਕੰਮ ਨਹੀਂ ਆਇਆ, ਕਿਉਂਕਿ ਪੇਪਰ ਹੀ ਨਹੀਂ ਲਏ। ਪਿਛਲੇ ਸਾਲ ਨਹੀਂ ਲਏ, ਇਸ ਸਾਲ ਪੇਪਰ ਨਹੀਂ ਲਏ। ਫਿਰ ਰੌਲਾ ਕਿਸ ਗੱਲ ਦਾ ਵੀ ਆਨਲਾਈਨ ਪੜ੍ਹਾਈ ਜਾਂ ਆਫਲਾਈਨ ਪੜ੍ਹਾਈ ਦਾ? ਤਾਂ ਮੈਂ ਇਹੀ ਕਹਾਂਗਾ ਕਿ ਹਜੇ +2 ਦੇ ਪੇਪਰ ਬਚੇ ਆ, ਉਹ ਸਰਕਾਰ ਨੂੰ ਜ਼ਰੂਰ ਆਫਲਾਈਨ ਲੈਣੀ ਚਾਹੀਦੀ ਹੈ। ਤੇ ਇੰਨਾ ਹੀ ਮੈਂ ਕਹਿੰਦਾ ਹੋਇਆ ਫਿਰ ਮਾਨ ਸਾਹਿਬ, ਜੇ ਆਪਾਂ ਪੇਰੈਂਟਸ ਦੀ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹ ਸਾਨੂੰ ਇਸ ਤਰ੍ਹਾਂ ਦੇ ਸ਼ਬਦ ਯੂਜ਼ ਕਰਦੇ ਆ, ਚੋਰ ਕਹਿੰਦੇ ਜਾਂ ਮਾਫੀਆ ਕਹਿੰਦੇ ਹੈਗੇ ਆ, ਤਾਂ ਕੁਝ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਪੇਰੈਂਟਸ ਦੇ ਕੋਲੋਂ ਤਾਂ ਪੂਰੀ ਫੀਸ ਦੀ ਡਿਮਾਂਡ ਕੀਤੀ ਜਾ ਰਹੀ ਹੈ, ਪਰ ਜਿਹੜਾ ਆਪਣੇ ਸਟਾਫ ਹੈਗਾ, ਸਟਾਫ ਨੂੰ ਆਪਣੀ ਪੂਰੀ ਫੀਸ ਨਹੀਂ, ਜੋ ਸੈਲਰੀ ਹੈਗੀ ਆ ਉਹ ਸੈਲਰੀ ਪੂਰੀ ਨਹੀਂ ਦਿੱਤੀ ਜਾ ਰਹੀ। ਇਹ ਨਹੀਂ, ਹਾਂ ਅਸੀਂ ਇਹ ਗੱਲ ਮੰਨਣ ਨੂੰ ਬਿਲਕੁਲ ਤਿਆਰ ਆ, ਪਰ ਲੱਗਦਾ ਹੈ ਜੇ ਕਿਸੇ ਕੋਲੇ 1000 ਬੱਚੇ ਤਾਂ ਉਹ ਗੁਣਾ ਕਰ ਦਿੰਦੇ ਵੀ ਇਹਨਾਂ ਕੋਲੇ ਇੰਨੀ ਫੀਸ ਆ ਗਈ ਹੋਵੇਗੀ। ਪਰ ਉਹ ਹਕੀਕਤ ਦੇ ਵਿੱਚ ਸਾਡੇ ਕੋਲੇ ਇਸ ਸਾਲ 40-50% ਹੀ ਫੀਸ ਆਈ ਹੈ, ਤੇ ਜਿੰਨਾ ਵੀ ਅਸੀਂ ਬਣਦਾ ਸੀ ਟੀਚਰਾਂ ਨੂੰ ਅਸੀਂ ਤਨਖਾਹ ਦਿੱਤੀ ਹੈ। ਪਰ 1-ਅੱਧਾ% ਅਸੀਂ ਕਹਿੰਦੇ ਹੋ ਸਕਦੇ ਹਾਂ, ਸਾਡੇ ਵਿੱਚ ਵੀ ਲੋਕ ਕੋਈ ਚੰਗੇ ਨਹੀਂ ਹੋਣੇ, ਪਰ ਜ਼ਿਆਦਾਤਰ ਸਕੂਲ ਆਪਦੇ ਟੀਚਰਾਂ ਨੂੰ ਤਨਖਾਹ ਵੀ ਦਿੱਤੀ ਹੈ ਜਿੰਨੀ ਉਹਨਾਂ ਦਾ ਵੱਧ ਤੋਂ ਵੱਧ ਬਣਦੀ ਸੀ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਪਰ ਮੈਂ ਹੁਣ ਇੱਕ ਹੋਰ ਗੱਲ ਦੱਸ ਦਿਆਂ, ਪੇਰੈਂਟਸ ਨੇ ਚੰਡੀਗੜ੍ਹ ਮੀਟਿੰਗ ਕਰੀ ਸੀ, ਪੇਰੈਂਟਸ ਐਸੋਸੀਏਸ਼ਨਾਂ ਨੇ ਰਲ ਕੇ। ਉਹਨਾਂ ਨੇ ਗੱਲ ਕਹੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜਿਹੜੇ ਸੰਬੰਧਿਤ ਸਕੂਲ ਆ ਉਹ ਠੀਕ ਹੈ, ਦੂਜੇ ਗਲਤ ਹੈ। ਪਰ ਮੈਂ ਪੁੱਛਣਾ ਚਾਹੁੰਦਾ, ਸਾਲ ਭਰ ਉਹ ਤਾਂ ਕਹਿੰਦੇ ਰਹੇ ਵੀ ਇਹ ਸਾਰੇ ਸਕੂਲ ਠੀਕ ਨਹੀਂ, ਹੁਣ ਉਹਨਾਂ ਨੂੰ ਕਿੱਥੋਂ ਆਇਆ ਵੀ ਇਹ ਠੀਕ ਹੈ? ਪਰ ਸਕੂਲ ਭਾਵੇਂ CBSE ਆ, ਪੰਜਾਬ ਬੋਰਡ ਹੈ, ਉਹ ਆਪਦੇ ਜਿਹੜੇ ਪੇਰੈਂਟਸ ਉੱਥੇ ਵਿੱਤ ਅਨੁਸਾਰ ਹੀ ਆਪਦੇ ਬੱਚਿਆਂ ਨੂੰ ਲਾਉਂਦੇ ਆ, ਤੇ ਜਿਹੜੇ ਸਕੂਲ ਸਹੂਲਤਾਂ ਦਿੰਦੇ ਆ ਉਸ ਹਿਸਾਬ ਨਾਲ ਹੀ ਫੀਸ ਲੈਂਦੇ ਆ। ਕੋਈ ਮੱਲੋਜੋਰੀ ਨਹੀਂ ਪੇਰੈਂਟਸ ਨੂੰ ਲੈ ਕੇ ਆਉਂਦੇ। ਪੇਰੈਂਟਸ ਆਪ ਆਪਣੀ ਸਕੂਲ ਚੁਣਦੇ ਆ, ਉੱਥੇ ਆਪ ਹੀ ਜਾਂਦੇ ਆ। ਫਿਰ ਇਹੋ ਜਿਹੀਆਂ ਗੱਲਾਂ ਕਹਿਣੀਆਂ ਵੀ ਸਕੂਲ ਠੀਕ ਨਹੀਂ ਜਾਂ ਸਕੂਲ ਤਨਖਾਹ ਨਹੀਂ ਦਿੰਦੇ, ਇਹ ਨਹੀਂ, ਮੈਂ ਨਹੀਂ ਮੰਨਦਾ। ਕਿਉਂਕਿ ਕਿਤੇ ਵੀ ਟੀਚਰਾਂ ਨੇ ਕੋਈ ਇਹੋ ਜਿਹਾ
ਨਹੀਂ ਰੋਸ ਪ੍ਰਦਰਸ਼ਨ ਕੀਤਾ ਵੀ ਸਾਨੂੰ ਤਨਖਾਹ ਨਹੀਂ ਮਿਲੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕੀ ਹੋਏ, ਤਾਂ ਮੈਂ ਕਹਿੰਦਾ ਵੀ ਸਕੂਲ ਹੀ ਹੈ, ਜ਼ਰੂਰ ਸਕੂਲ ਇਹ ਸੇਵਾ ਕਰ ਰਿਹਾ ਹੈ। ਜੀ ਮੈਮ, ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਹਾ ਕਿ ਸਰਕਾਰਾਂ ਗੱਲ ਨਹੀਂ ਸੁਣ ਰਹੀਆਂ, ਕੋਈ ਤੁਹਾਡੀ ਜੋ ਆਰਗੇਨਾਈਜੇਸ਼ਨ ਹੈ ਜਾਂ ਤੁਹਾਡੀ ਕੋਈ ਸੰਸਥਾ ਜਿਹਨੂੰ ਤੁਸੀਂ ਕਦੇ ਸਰਕਾਰ ਤੱਕ ਅਪਰੋਚ ਕੀਤੀ ਹੈ, ਕਿਸੇ ਬਿਊਰੋਕਰੇਟ ਨੂੰ, ਸੈਕਟਰੀ ਨੂੰ, ਜਾਂ ਕਿਸੇ ਜੋ ਐਜੂਕੇਸ਼ਨ ਮਿਨਿਸਟਰ ਹੈਗੇ ਨੇ ਉਹਨਾਂ ਨੂੰ ਮਿਲੇ ਹੋ ਇਸ ਨੂੰ ਲੈ ਕੇ? ਸਰ ਪਰਸਨਲੀ ਤਾਂ ਕਦੇ ਨਹੀਂ, ਪਰ ਡੈਫੀਨਿਟਲੀ ਜਿਹੜੀਆਂ ਵੀ ਐਸੋਸੀਏਸ਼ਨਸ ਬਣੀਆਂ ਹੋਈਆਂ ਨੇ ਉਹਨਾਂ ਦੇ ਅਸੀਂ ਐਕਟਿਵ ਮੈਂਬਰ ਰਹੇ ਹਾਂ, ਔਰ ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਪ੍ਰਾਈਵੇਟ ਸਕੂਲਸ ਐਸੋਸੀਏਸ਼ਨਸ ਦੀ, ਅਸੀਂ ਉਹਨਾਂ ਦੇ ਨਾਲ ਖੜੇ ਹੁੰਦੇ ਆ ਹਰ ਥਾਂ ਤੇ, ਕਿਉਂਕਿ ਹਰ ਪ੍ਰੋਬਲਮ ਹੈ ਜਿਹੜੀ ਉਹ ਸਾਰਿਆਂ ਦੀ ਸਾਂਝੀ ਹੈ। ਜੇ ਪੇਰੈਂਟਸ ਦੀ ਫੀਸ ਦੀ ਪ੍ਰੋਬਲਮ ਆਈ ਹੈ ਜਿਹੜੀ ਸਕੂਲਸ ਨੂੰ, ਉਹ ਸਾਰੇ ਸਕੂਲਾਂ ਦੇ ਵਿੱਚ ਇੱਕੋ ਜਿਹੀ ਹੈ, ਚਾਹੇ ਉਹ ਸਿਟੀ ਦਾ ਸਕੂਲ ਹੈ, ਚਾਹੇ ਉਹ ਕੋਈ ਪਿੰਡ ਦਾ ਸਕੂਲ ਹੈ, ਹਰ ਜਗ੍ਹਾ ਤੇ ਸਕੂਲਸ ਨੇ ਇਹ ਫੇਸ ਕੀਤਾ ਹੈ ਕਿ ਉਹਨਾਂ ਦੀ ਫੀ ਕਲੈਕਸ਼ਨ ਨਹੀਂ ਹੋਈ। ਅਸੀਂ ਕੋਸ਼ਿਸ਼ ਇਹ ਕੀਤੀ ਸੀ ਕਿ ਇਨ ਦਾ ਵੈਰੀ ਬਿਗਨਿੰਗ ਕਿ ਇੱਕ ਵੀ ਸਾਡਾ ਸਟਾਫ ਮੈਂਬਰ ਜਿਹੜਾ ਹੈਗਾ ਉਹਨੂੰ ਇਹ ਨਾ ਹੋਵੇ ਵੀ ਉਹਨੂੰ ਤਨਖਾਹ ਨਾ ਮਿਲੇ ਜਾਂ ਅਸੀਂ ਕਿਸੇ ਨੂੰ ਲੇ ਆਫ ਕਰੀਏ। ਅਸੀਂ ਜਿੰਨੀ ਸਾਡਾ ਸਟਾਫ ਪਹਿਲਾਂ ਕੰਮ ਕਰ ਰਿਹਾ ਸੀ ਓਨਾ ਹੀ ਹੁਣ ਕੰਮ ਕਰ ਰਿਹਾ, ਚਾਹੇ ਪੈਂਡੈਮਿਕ ਦੇ ਵਿੱਚ ਅਸੀਂ ਸਕੂਲ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਸਸਟੇਨ ਕੀਤਾ ਹੋਵੇ ਤਨਖਾਹ ਦੇ ਕੇ। ਤਨਖਾਹ ਤੋਂ ਬਿਨਾਂ ਤਾਂ ਕੋਈ ਵੀ ਕੰਮ ਨਹੀਂ ਕਰਦਾ, ਬਿਕੋਜ਼ ਜਦੋਂ ਫੀਸ ਨਹੀਂ ਆਏਗੀ ਤਾਂ ਸਰ ਇੱਕ ਚੇਨ ਟੁੱਟ ਜਾਂਦੀ ਹੈ, ਕਿਉਂਕਿ ਜੇ EMPLOYEES ਹੈਗੇ ਨੇ, ਗਵਰਨਮੈਂਟ EMPLOYEES ਹੈ, ਉਹਨਾਂ ਨੂੰ 100% ਪੇ ਮਿਲ ਰਹੀ ਹੈ, ਪਰ ਉਹ ਆਪਣੇ ਬੱਚਿਆਂ ਦੀ ਫੀਸ ਦੇਣ ਲਈ ਆਨਾਕਾਨੀ ਕਰ ਰਹੇ ਨੇ, ਔਰ ਉਹਨਾਂ ਦੀ ਆਪਦੀ ਚੋਇਸ ਸੀਗੀ ਵੀ ਉਹ, ਜਿਵੇਂ ਸਰ ਨੇ ਕਿਹਾ ਕਿ ਆਪਦੀ ਚੋਇਸ ਦੇ ਅਕੋਰਡਿੰਗ ਤੇ ਆਪਦੇ ਵਿੱਤ ਦੇ ਅਕੋਰਡਿੰਗ ਹਰ ਮਾਂ-ਬਾਪ ਆਪਦੇ ਬੱਚੇ ਲਈ ਸਕੂਲ ਚੁਣਦਾਗਾ, ਤੇ ਜੇ ਉਹ ਪਹਿਲਾਂ ਉਹ ਪੇਮੈਂਟ ਕਰ ਰਹੇ ਸੀਗੇ ਤਾਂ ਜਿਹੜਾ ਖਰਚੇ ਦੀ ਕਟੌਤੀ ਲਾਉਣੀ ਹੈ ਉਹ ਸਕੂਲ ਦੀ ਫੀਸ ਤੇ ਕਿਉਂ ਲਾਉਣੀ ਹੈ? ਆਪਾਂ ਬਾਕੀ ਸਾਰੀਆਂ ਚੀਜ਼ਾਂ ਤੇ ਵੀ ਤਾਂ ਲੱਗ ਸਕਦੀ ਹੈ ਨਾ, ਜੇ ਕਿਸੇ ਨੂੰ ਪ੍ਰੋਬਲਮ ਆਈ ਹੈ। ਤੇ ਸਕੂਲ ਨੇ ਤਾਂ ਆਪਣਾ ਪੂਰਾ ਉਹ ਦਿੱਤਾ ਹੈ, ਔਰ ਇਨਫੈਕਟ ਅਸੀਂ ਸਕੂਲਸ ਦੇ ਵਿੱਚ ਜੋ ਵੀ ਜਿਵੇਂ ਆਨਰੇਬਲ ਹਾਈ ਕੋਰਟ ਦੇ ਆਰਡਰਸ ਆਏ ਵੀ ਤੁਸੀਂ ਜਿਹੜੇ ਪੇਰੈਂਟਸ ਨੂੰ ਵਾਕਈ ਪ੍ਰੋਬਲਮਸ ਹੈ ਉਹਨਾਂ ਦੇ ਡਾਕੂਮੈਂਟਸ ਲੈ ਕੇ ਉਹਨਾਂ ਨੂੰ ਰਿਲੀਫ ਦਿਓ, ਤੇ ਮੇਰਾ ਖਿਆਲ ਉਹ ਸਾਰੇ ਸਕੂਲਸ ਨੇ ਆਪਦੇ ਲੈਵਲ ਤੇ ਕੀਤਾ ਵੀ ਹੈ। ਉਹਨਾਂ ਪੇਰੈਂਟਸ ਨਾਲ ਜਿਹੜੇ ਵਾਕਈ ਨੀਡੀ ਪੇਰੈਂਟਸ ਸੀ, ਜਿਹੜੇ ਪੇਰੈਂਟਸ ਨੂੰ ਪ੍ਰੋਬਲਮਸ ਆਈਆਂ ਸੀ, ਉਹਨਾਂ ਦੀ ਫੀਸ ਵੇਵ ਆਫ ਵੀ ਕੀਤੀ ਹੈ। ਪਰ ਜਿਹੜੇ ਪੇਰੈਂਟਸ ਦੇ ਸਕਦੇ ਸੀ ਉਹਨਾਂ ਨੇ ਵੀ ਇਹ ਪ੍ਰੋਬਲਮ ਸਕੂਲਸ ਨੂੰ ਸਪੋਰਟ ਨਹੀਂ ਕੀਤਾ, ਪ੍ਰਾਈਵੇਟ ਸਕੂਲਸ ਨੂੰ। ਇਸ ਕਰਕੇ ਜਿਹੜੀ ਸਾਰੀ ਇਹ ਪ੍ਰੋਬਲਮ ਹੈ ਇਹ ਸਾਰੇ ਤਰ੍ਹਾਂ ਦੇ ਸਕੂਲ, ਸਾਰੇ ਸਕੂਲਸ ਨੇ ਫੇਸ ਕੀਤੀ ਹੈ, ਰੂਰਲ ਸੈਕਟਰ 'ਚ ਵੀ ਤੇ ਪ੍ਰਾਈਵੇਟ ਐਸੋਸੀਏਸ਼ਨਸ ਦੇ ਥਰੂ। ਅਸੀਂ ਰੈਗੂਲਰਲੀ ਉਹਨਾਂ ਦੇ ਨਾਲ, ਗਵਰਨਮੈਂਟ ਦੇ ਨਾਲ, ਜਾਂ ਜੋ ਵੀ ਕੇਸਿਸ ਹੋਏ ਨੇ ਉਹਨਾਂ ਦੇ ਨਾਲ ਇਨ ਟੱਚ ਰਹੇ। ਜਿਸ ਤਰ੍ਹਾਂ ਤੁਹਾਡਾ ਸਕੂਲ ਜਿਹੜਾ ਹੈਗਾ ਉਹ ਅਰਬਨ ਏਰੀਆ ਦੇ ਵਿੱਚ ਹੈਗੇ ਨੇ, ਤੁਹਾਡੇ ਜਿੰਨੇ ਸਕੂਲ ਹੈਗੇ ਨੇ, ਤਾਂ ਤੁਹਾਡੇ ਕੋਲ ਜਿਹੜੇ ਪੇਰੈਂਟਸ ਪਹੁੰਚੇ ਆ ਵੇਵ ਆਫ ਦੇ ਲਈ, ਜਾਂ ਕਹਿੰਦੇ ਵੀ ਸਾਨੂੰ ਪੂਰੀ ਫੀਸ ਮਾਫ ਕਰੋ ਜਾਂ ਇਸ ਤਰ੍ਹਾਂ ਦੇ ਲਈ, ਤਾਂ ਉਹ ਕਿਸ ਤਰ੍ਹਾਂ ਦੀ ਕੈਟਾਗਰੀ ਦੇ ਸੀ? ਲੋਅਰ ਮਿਡਲ ਜਾਂ ਕੁਝ ਤਾਂ ਲੋਅਰ ਮਿਡਲ ਕਲਾਸ ਸੀਗੇ, ਜਿਹੜੇ ਛੋਟੇ ਦੁਕਾਨਦਾਰ ਕਹਿ ਲਓ ਉਹ ਸੀਗੇ। ਕੁਝ ਇੱਕ ਇਹੋ ਜਿਹੇ ਸੀਗੇ ਜਿਹੜੇ ਪ੍ਰਾਈਵੇਟ ਜੌਬ ਸੀਗੇ, ਜਿਨ੍ਹਾਂ ਦੀਆਂ ਜੌਬਸ ਉਹ ਖੁਦ ਹੀ ਜੌਬਸ ਖੋ ਬੈਠੇ ਸੀਗੇ, ਤਾਂ ਉਹਨਾਂ ਕੋਲੇ ਜੌਬਸ ਹੀ ਨਹੀਂ ਸੀਗੀਆਂ। ਕੁਝ ਇਦਾਂ ਦੇ ਵੀ ਸੀਗੇ ਜਿਹੜੇ ਕਾਰਪੋਰੇਟ ਹਾਊਸਸ ਕੰਮ ਕਰ ਰਹੇ ਸੀਗੇ, ਪਰ ਉਹਨਾਂ ਦੀਆਂ ਸੈਲਰੀ ਸਲੈਸ਼ ਡਾਊਨ ਹੋ ਗਈਆਂ ਸੀ, ਕਿਸੇ ਨੂੰ 30% ਮਿਲ ਰਹੀ ਸੀ, ਕਿਸੇ ਨੂੰ 40% ਮਿਲ ਰਹੀ ਸੀ, ਤਾਂ ਉਹ ਵਾਲੇ ਪੇਰੈਂਟਸ ਦੀਆਂ ਐਪਲੀਕੇਸ਼ਨਸ ਆਈਆਂ, ਔਰ ਮੇਰਾ ਖਿਆਲ ਹਾਰਡਲੀ 1-2% ਪੇਰੈਂਟਸ ਨੇ ਜੈਨੂਇਨਲੀ ਅਪਰੋਚ ਕੀਤਾ ਸਾਨੂੰ ਇਸ ਚੀਜ਼ ਲਈ। ਪਰ ਕੁਝ ਇੱਕ ਪੇਰੈਂਟਸ ਇੰਨੇ ਕੁ ਗ੍ਰੇਟਫੁਲ ਵੀ ਸੀਗੇ ਜਿਹੜੇ ਸਾਨੂੰ ਕਹਿੰਦੇ ਵੀ ਅਸੀਂ ਹੁਣ ਨਹੀਂ ਦੇ ਸਕਦੇ ਪਰ ਡੈਫਰ ਕਰ ਦਿਓ ਸਾਡੀਆਂ। ਸੋ ਇਹ ਹਰ ਤਰ੍ਹਾਂ ਦੇ ਪੇਰੈਂਟਸ ਸੀ, ਪਰ ਕਈ ਪੇਰੈਂਟਸ ਸੀਗੇ ਵੀ ਜਿਵੇਂ ਸਾਰੇ ਸਾਡੀ ਯੂਨੀਅਨ ਕਹਿੰਦੀ ਹੈ ਵੀ ਅਸੀਂ ਨਹੀਂ ਦੇਣੇ, ਤੇ ਅਸੀਂ ਨਹੀਂ ਦੇਣੇ ਚਾਹੇ ਅਸੀਂ ਦੇ ਵੀ ਸਕਦੇ ਹਾਂ, ਇਸ ਤਰ੍ਹਾਂ ਦੇ ਵੀ ਸੀ। ਜਿਸ ਤਰ੍ਹਾਂ ਇੱਕ ਮੈਨੂੰ ਪਤਾ ਚੱਲਿਆ ਜੋ ਸਿਲਵਰ ਓਕ ਸਕੂਲ ਹੈਗੇ ਆ, ਉਹ ਬੱਚਿਆਂ ਨੂੰ ਇਸ ਤਰ੍ਹਾਂ ਕਹਿੰਦੇ ਨੇ ਕਿ ਜਦੋਂ ਤੁਸੀਂ ਆਨਲਾਈਨ ਕਲਾਸਿਸ ਵੀ ਲਾਉਣੀਆਂ ਹੈਗੀਆਂ ਨੇ ਤਾਂ ਤੁਸੀਂ ਡਰੈਸ ਪਾ ਕੇ ਬੈਠਣਾ ਹੈਗਾ, ਤਾਂ ਇਹਦਾ ਕੀ ਕਾਰਨ ਸੀਗਾ? ਸਰ ਉਹ ਸਿਰਫ ਇਸ ਕਰਕੇ ਸੀਗਾ ਕਿ ਉਹ ਪੇਰੈਂਟਸ ਦਾ ਹੀ ਕੰਸਰਨ ਆਇਆ ਸੀਗਾ ਸਾਡੇ ਕੋਲੇ ਕਿ ਬੱਚੇ ਬੈਡਸ ਦੇ ਵਿੱਚ ਬੈਠ ਕੇ ਕਲਾਸਿਸ ਲਾਉਂਦੇ ਨੇ, ਜੇ ਤੁਸੀਂ ਇਹਨਾਂ ਨੂੰ ਕਹੋਗੇ ਕਿ ਟੇਬਲ ਚੇਅਰ ਤੇ ਆਪਦੀ ਡਰੈਸ ਪਾ ਕੇ ਬੈਠਣਗੇ ਤਾਂ ਉਹ ਬੈਟਰ ਕੰਸੰਟ੍ਰੇਸ਼ਨ ਹੋਏਗੀ, ਔਰ ਉਹ ਪੇਰੈਂਟਸ ਉਹਨਾਂ ਨੂੰ ਇੱਕ ਕੰਡਿਊਸਿਵ ਲਰਨਿੰਗ এনवायरमेंट ਮਿਲ ਪਾਏਗਾ ਜੇ ਉਸ ਤਰ੍ਹਾਂ ਬੈਠਣਗੇ। ਤਾਂ ਉਹ ਇਸ ਕਰਕੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਡਰੈਸ ਪਾ ਕੇ ਬੈਠੋ। ਜੇ ਕੁਝ ਇੱਕ ਪੇਰੈਂਟਸ ਨੇ ਸਾਨੂੰ ਕਿਹਾ ਸੀ, ਅਸੀਂ ਉਹਨਾਂ ਨੂੰ ਇਹ ਵੀ ਕਹਿਤਾ ਸੀ ਕਿ ਜੇ ਤੁਸੀਂ ਬਾਈ ਨਹੀਂ ਕਰ ਪਾ ਰਹੇ, ਤੁਹਾਨੂੰ ਕੋਈ ਫਾਈਨੈਂਸ਼ੀਅਲ ਇਸ਼ੂ ਹੈਗਾਗਾ, then it is okay, ਤੁਸੀਂ ਸਕੂਲ ਨੂੰ ਅਪਰੋਚ ਕਰ ਸਕਦੇ ਹੋ। ਲੇਕਿਨ ਡੈਫੀਨੇਟਲੀ ਜਿਹੜਾ ਇਹਦਾ ਮਕਸਦ ਸਿਰਫ ਇੱਕੋ ਹੀ ਸੀਗਾ ਕਿ ਪੇਰੈਂਟਸ ਦੇ ਉਸ ਤੇ ਕੀਤਾ ਸੀ। ਇਨਫੈਕਟ ਪੀਟੀਐਮ ਦੇ ਵਿੱਚ ਪੇਰੈਂਟਸ ਦੀਆਂ ਵੀ ਇਹ ਸੁਜੈਸ਼ਨ ਸੀਗੀਆਂ ਕਿ ਡੈਫੀਨੇਟਲੀ ਇੱਕ ਚੇਅਰ 'ਚ ਬੈਠ ਕੇ, ਜਦੋਂ ਬੱਚਾ ਇੱਕ ਯੂਨੀਫਾਰਮ 'ਚ ਬੈਠ ਕੇ, ਕਿਉਂਕਿ ਸਕੂਲ ਯੂਨੀਫਾਰਮ 'ਚ ਬੈਠ ਕੇ ਉਹਨੂੰ ਫੀਲਿੰਗ ਆਉਣ ਲੱਗ ਜਾਂਦੀ ਹੈ, ਡੈਫੀਨੇਟਲੀ ਉਹਦਾ ਕੁਝ ਫਰਕ ਤਾਂ ਪੈਂਦਾਗਾ। ਦੂਜਾ ਸਰ, ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਨਲਾਈਨ ਕਲਾਸਿਸ ਦੇ ਵਿੱਚ ਆਈ ਹੈ, ਕਿਉਂਕਿ ਹਰ ਇੱਕ ਦੇ ਘਰ ਦਾ এনवायरमेंट ਡਿਫਰੈਂਟ ਹੁੰਦਾਗਾ। ਬਿਲਕੁਲ। ਤਾਂ ਬੱਚਿਆਂ ਨੂੰ ਜਿਹੜਾ ਪੇਰੈਂਟਸ ਇਸ ਗੱਲ ਦਾ ਬਿਲਕੁਲ ਧਿਆਨ ਨਹੀਂ ਰੱਖ ਰਹੇ ਸੀ ਕਿ ਬੱਚਾ ਕਿਸ ਤਰ੍ਹਾਂ ਦੀ ਬੈਕਗ੍ਰਾਉਂਡ ਦੇ ਵਿੱਚ ਬੈਠਾ ਹੈ, ਕਿੱਥੇ ਬੈਠ ਕੇ ਕਲਾਸ ਲਾ ਰਿਹਾਗਾ। ਕਈ ਵਾਰੀ ਮਤਲਬ ਟੀਚਰਸ ਯੂਜ਼ਡ ਟੂ ਗੈਟ ਐਮਬੈਰੈਸਡ ਕਰੇ ਪਿੱਛੇ ਕੀ ਚੱਲ ਰਿਹਾਗਾ, ਔਰ ਸੇਮ ਥਿੰਗ ਉਹ ਬਾਕੀ ਸਕਰੀਨ ਤੇ ਚੱਲ ਰਿਹਾ ਹੁੰਦਾ ਸੀਗਾ ਜਦੋਂ ਕੈਮਰਾ ਚੱਲਦਾ ਸੀ। ਸੋ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖੇ
ਕਿ ਅਸੀਂ ਇਹ ਡਿਸੀਜਨ ਲਿਆ ਸੀ ਕਿ ਬੱਚਾ ਪ੍ਰੋਪਰਲੀ ਟਰਨਡ ਆਊਟ ਹੋਵੇ। ਜੇ ਬੱਚਾ ਹਾਫ ਡਰੈਸਡ ਬੈਠਾ ਹੈ ਤਾਂ ਉਹ ਡੈਫੀਨੇਟਲੀ ਕਲਾਸਰੂਮ ਦੇ ਵਿੱਚ ਬੈਠਾ ਹੈ, ਉਹ ਮੇਰਾ ਖਿਆਲ ਹੈ ਸਾਰਿਆਂ ਨੂੰ ਚੰਗਾ ਨਹੀਂ ਲੱਗੇਗਾ। ਬਿਲਕੁਲ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਅਵੋਇਡ ਕਰਨ ਲਈ ਇਹ ਸਟੈਪ ਲਿਆ ਗਿਆ ਸੀ ਸਰ। ਮੈਮ, ਜਿਸ ਤਰ੍ਹਾਂ ਤੁਹਾਡਾ ਜੋ ਸਕੂਲ ਹੈ ਉਹ ਰੂਰਲ ਏਰੀਆ ਦੇ ਵਿੱਚ ਹੈਗਾ, ਤਾਂ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਥੋੜੀਆਂ ਹੋ ਸਕਦਾ ਸ਼ਹਿਰੀ ਦੇ ਨਾਲ ਥੋੜ੍ਹੀਆਂ ਵੱਖਰੀਆਂ ਹੋਣ, ਤਾਂ ਤੁਹਾਨੂੰ ਇਸ ਤਰ੍ਹਾਂ ਦੀ ਕੀ ਸਮੱਸਿਆਵਾਂ ਨੇ? ਹਾਂਜੀ ਸਾਡੇ ਰੂਰਲ ਬੈਕਗ੍ਰਾਉਂਡ ਦੇ ਵਿੱਚ ਜੋ ਸਕੂਲਸ ਆ, ਸਾਡੀਆਂ ਸਮੱਸਿਆਵਾਂ ਥੋੜੀਆਂ ਜਿਹੀਆਂ ਡਿਫਰੈਂਟ ਤਾਂ ਜ਼ਰੂਰ ਹੈਗੀਆਂ, ਕਿਉਂਕਿ ਅਸੀਂ ਨਾਟ ਓਨਲੀ ਡਿਊਰਿੰਗ ਦਿਸ ਪੈਂਡੇਮਿਕ, ਉਹ ਪਹਿਲਾਂ ਤੋਂ ਵੀ ਸਾਡੇ ਫੀਸਾਂ ਦਾ ਚੱਕਰ ਤਾਂ ਇਹੀ ਚੱਲਦਾ ਹੁੰਦਾ ਸੀ ਵੀ ਹਾੜੀ 'ਚ ਦੇਵਾਂਗੇ ਫੀਸ ਤੇ ਜਾਂ ਸੌਣੀ 'ਚ ਦੇਵਾਂਗੇ। ਸੋ ਅਸੀਂ ਬੇਸ਼ੱਕ ਅਸੀਂ ਕੁਆਟਰਲੀ ਫੀਸ ਦੀ ਇੱਕ ਬਣਾਇਆ ਹੋਇਆ ਸਿਸਟਮ, ਇੱਕ ਸੈਟਅਪ, ਪਰ ਫਿਰ ਵੀ ਸਾਨੂੰ ਉਹਨਾਂ ਦੀਆਂ ਜਿਹੜੀਆਂ ਫੀਸ ਹੈ ਉਹ ਉਹਨਾਂ ਦੀ ਹਾੜੀ ਸੌਣੀ ਦੇ ਨਾਲ ਤੇ ਉਹਨਾਂ ਦੀਆਂ ਫਸਲਾਂ ਦੇ ਹਿਸਾਬ ਨਾਲ ਹੀ ਲੈਣੀ ਪੈਂਦੀ ਸੀ। ਸਾਡੇ ਕੋਲੇ ਜਿੰਨੀਆਂ ਵੀ ਜ਼ਿਮੀਂਦਾਰਾਂ ਦੀਆਂ ਜੋ ਹੈਗੀਆਂ ਕਿਸਾਨ ਵੀਰਾਂ ਦੀਆਂ ਤਾਂ ਪ੍ਰੋਬਲਮਸ ਘੱਟ ਆਈਆਂ, ਪਰ ਜਿਹੜੇ ਗਵਰਨਮੈਂਟ EMPLOYEES ਸੀਗੇ ਉਹ ਪੂਰੀਆਂ 100% ਸੈਲਰੀਜ਼ ਵੀ ਲੈ ਰਹੇ ਸੀ, ਤੇ ਉਹਨਾਂ ਵੱਲੋਂ ਸਾਡੇ ਤੇ ਜ਼ਿਆਦਾ ਜਿਹੜੀ ਹੈਗੀ ਕਿੰਤੂ ਪਰੰਤੂ ਕੀਤਾ ਗਿਆ ਸੀਗਾ ਕਿ ਸਕੂਲ ਫੀਸ ਕਿਉਂ ਲੈ ਰਿਹਾ ਹੈ, ਆਨਲਾਈਨ ਸਟੱਡੀ ਤਾਂ ਇਹਨਾਂ ਦੀ ਸਾਰੀ 1 ਘੰਟੇ ਦੀ ਜਾਂ 40 ਮਿੰਟਾਂ ਦੀ ਹੁੰਦੀ ਹੈ, ਤੇ ਫਿਰ ਇਹ ਸਾਥੋਂ ਸਾਰੀ ਫੀਸ ਕਿਉਂ ਲੈਂਦੇ ਆ। ਉਹ ਸਾਰੀਆਂ ਚੀਜ਼ਾਂ ਸਾਨੂੰ EMPLOYEES ਦੇ ਬੱਚੇ ਵੱਲੋਂ ਹੀ ਆਈਆਂ ਸੀਗੀਆਂ, ਕਿਉਂਕਿ ਉਹ ਫੀਸ ਦੇਣਾ ਹੀ ਨਹੀਂ ਚਾਹੁੰਦੇ ਸੀ। ਉਹ 100% ਲੈਣਾ ਤਾਂ ਚਾਹੁੰਦੇ ਸੀ ਸੈਲਰੀ, ਪਰ ਫੀਸ ਨਹੀਂ ਸੀ ਦੇਣਾ ਚਾਹੁੰਦੇ। ਔਰ ਦੂਸਰੇ ਪਾਸੇ ਉਹੀ ਦੂਸਰੇ ਪੇਰੈਂਟਸ ਨੂੰ ਜਾਂ ਆਪਦੀਆਂ ਜਿਹੜੀਆਂ ਉਹਨਾਂ ਨੇ ਬਣਾਈਆਂ ਹੋਈਆਂ ਸੀ ਐਸੋਸੀਏਸ਼ਨਸ, ਉਹਨਾਂ ਦੇ ਵਿੱਚ ਕਹਿਣ ਵਾਲੇ ਵੀ ਉਹੀ ਹੁੰਦੇ ਸੀਗੇ ਕਿ ਵੀ ਸਕੂਲ ਫੀਸ ਤਾਂ ਲੈ ਰਿਹਾ ਤੇ ਸੈਲਰੀ ਨਹੀਂ ਦੇ ਰਿਹਾ। ਜਦਕਿ ਸਾਡੇ ਸਿਸਟਮ ਦੇ ਵਿੱਚ ਇਹ ਹੈਗਾ ਕਿ ਅਸੀਂ ਸੈਲਰੀਜ਼ ਦੇ ਵਿੱਚ ਵੀ ਕੋਈ ਕਟੌਤੀ ਨਹੀਂ ਕੀਤੀ, ਨਾ ਹੀ ਅਸੀਂ ਆਪਦੇ ਸਟਾਫ ਦੇ ਵਿੱਚ ਕੋਈ ਕਟੌਤੀ ਕੀਤੀ ਹੈ। ਵੀ ਮੇਰਾ ਹਮੇਸ਼ਾ ਹੀ ਇਹ ਸੀਗਾ ਕਿ ਵੀ ਆਰ ਅ ਡੂਨ ਫੈਮਿਲੀ, ਜੇ ਅਸੀਂ ਪਹਿਲਾਂ ਇਕੱਠੇ ਰਹੇ ਹਾਂ ਤਾਂ ਅਸੀਂ ਹੁਣ ਵੀ ਇਕੱਠੇ ਹੀ ਰਵਾਂਗੇ। ਜੇ ਥੋੜਾ ਆਊਗਾ ਥੋੜਾ ਖਾ ਲਾਂਗੇ, ਤੇ ਜੇ ਪੂਰਾ ਆਊਗਾ ਤਾਂ ਪੂਰਾ ਲੈ ਲਾਂਗੇ, ਪਰ ਇਹ ਨਹੀਂ ਹੋਊਗਾ ਕਿ ਅਸੀਂ ਕਿਸੇ ਦੀ ਨੌਕਰੀ ਛਿਨ ਲਵਾਂਗੇ। ਸੋ ਉਸ ਦੇ ਅਕੋਰਡਿੰਗ ਸਾਨੂੰ ਜਿੰਨੀਆਂ ਵੀ ਮੁਸ਼ਕਲਾਂ ਆਈਆਂ ਉਹ ਵਰਕਿੰਗ ਸੈਕਟਰ ਚੋਂ ਆਈਆਂ, ਤੇ ਪਲੱਸ ਜਿਹੜਾ ਹੈਗਾ ਕਈਆਂ ਦੀਆਂ ਐਪਲੀਕੇਸ਼ਨਸ ਵੀ ਸਾਡੇ ਕੋਲੇ ਆਈਆਂ, ਉਹ ਉਹੀ ਲੋਕ ਸੀਗੇ ਜਿਵੇਂ ਮੈਮ ਨੇ ਕਿਹਾ ਵੀ ਜਿਨ੍ਹਾਂ ਦੀਆਂ ਜੌਬਸ ਲੇ ਆਫ ਹੋ ਗਈਆਂ ਸੀ ਜਾਂ ਉਹਨਾਂ ਦੀਆਂ ਸੈਲਰੀਜ਼ ਦੇ ਵਿੱਚ ਕੁਝ ਕੱਟ ਆ ਗਏ ਸੀਗੇ। ਔਰ ਕੁਝ ਇਹੋ ਜਿਹੇ ਪੇਰੈਂਟਸ ਵੀ ਸੀਗੇ, ਮੈਂ ਉਹਨਾਂ ਨੂੰ ਸੈਲੂਟ ਕਰਦੀ ਹਾਂ, ਕਿ ਜਿਹੜੇ ਸਿੰਗਲ ਮਦਰ ਹੈ ਉਹਨਾਂ ਨੇ ਸਾਰੇ ਸਾਲ ਦੀ ਫੀਸ ਵੀ ਇਕੱਠੀ ਭਰੀ ਸਾਨੂੰ। ਉਹੋ ਜਿਹੇ ਵੀ ਪੇਰੈਂਟਸ ਹੈਗੇ। ਸੋ ਵੀ ਹੈਵ ਅ ਡਿਫਰੈਂਟ ਸੈਟ ਆਫ ਪੇਰੈਂਟਸ, ਹਰੇਕ ਦੀਆਂ ਆਪਣੀਆਂ ਪ੍ਰੋਬਲਮਸ ਨੇ ਔਰ ਆਪਣੇ ਜਿਹੜੇ ਹੈਗੇ ਉਹਨਾਂ ਦੇ ਕੰਸਟ੍ਰੈਂਟਸ ਨੇ। ਸੋ ਸਾਰਿਆਂ ਨੂੰ ਲੈ ਕੇ ਨਾਲ ਚੱਲਣਾ ਪੈਂਦਾ ਜੀ। ਜਿਸ ਤਰ੍ਹਾਂ ਪੇਰੈਂਟਸ ਦੀ ਗੱਲ ਹੈ, ਪੇਰੈਂਟਸ ਕਹਿੰਦੇ ਹੈਗੇ ਨੇ ਕਿ ਜਦੋਂ ਫੀਸਾਂ ਜਿਹੜੀਆਂ ਹੈਗੀਆਂ, ਜੋ ਕਲਾਸ ਤੁਸੀਂ ਆਨਲਾਈਨ ਲਾਉਣੇ, ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਕਿ 1 ਘੰਟੇ ਦੀ ਤੁਸੀਂ ਕਲਾਸ ਲੈਣੇ ਹੈਗੇ ਹੋ, 2 ਘੰਟੇ ਦੀ ਕਲਾਸ ਲੈਣੇ ਹੈਗੇ ਹੋ, ਪਰ ਫੀਸ ਤੁਸੀਂ ਪੂਰੀ ਮੰਗਦੇ ਹੋ, ਤਾਂ ਇਹਦੇ ਪਿੱਛੇ ਕੀ ਕਾਰਨ ਹੈ ਜੀ? ਇਸ ਤਰ੍ਹਾਂ ਜੀ, ਜਿਵੇਂ ਹੁਣ ਸਾਡੇ ਟੀਚਰਸ ਹੈ ਜਾਂ ਜੋ ਵੀ EMPLOYEES ਹੈ, ਉਹਨਾਂ ਨੂੰ ਅਸੀਂ ਗੱਲ ਨਾਲ ਲਾਇਆ ਹੋਇਆ ਹੈ, ਔਰ ਉਹਨਾਂ ਬਾਰੇ ਸਿਰਫ ਸਾਡੀ ਇਹ ਜ਼ਿੰਮੇਵਾਰੀ ਨਹੀਂ ਵੀ ਅਸੀਂ ਬੱਚਿਆਂ ਦੇ ਭਵਿੱਖ ਦੇ ਵਾਸਤੇ ਜਵਾਬਦੇਹ ਆ, ਅਸੀਂ ਆਪਦੇ ਜੋ ਮੁਲਾਜ਼ਮ ਹੈ ਉਹਨਾਂ ਦੀ ਵੀ ਉਹਨਾਂ ਵਾਸਤੇ ਵੀ ਅਸੀਂ ਜ਼ਿੰਮੇਵਾਰ ਹਾਂ, ਉਹਨਾਂ ਦੇ ਪਰਿਵਾਰਾਂ ਵਾਸਤੇ ਵੀ ਸਾਨੂੰ ਸੋਚਣਾ ਚਾਹੀਦਾ ਹੈ ਜੀ। ਜੋ ਸਾਡੇ ਕੋਲ ਪੈਸਾ ਆਉਂਦਾ, ਦੇਖੋ ਇੱਕ ਸਕੂਲ ਵਾਲੇ ਕੋਲ ਪੈਸਾ ਆਉਂਦਾ ਉਹਦੇ ਪਰਸਨਲ ਅਕਾਊਂਟ 'ਚ ਨਹੀਂ ਜਾਂਦਾ, ਉਹ ਬਿਲਡਿੰਗ ਵੀ ਉਹਨੇ ਬਣਾਉਣੀ ਹੈ, ਉਹਨੇ ਮੈਨੇਜਮੈਂਟ ਵੀ ਕਰਨਾ, ਸਾਰਾ ਕੁਝ ਉਹ ਮੇਨਟੇਨੈਂਸ ਵੀ ਕਰਨਾ, ਰਿਪੇਅਰ ਵੀ ਕਰਨਾ, ਮਤਲਬ ਕਾਫੀ ਕੁਝ ਹੁੰਦਾ ਹੈ। ਕੋਈ ਵੈਸੇ ਤਾਂ ਮੈਂ ਇੱਕ ਛੋਟੀ ਜਿਹੀ ਗੱਲ ਕਹਾਂ, ਘਰ ਚਲਾਉਣਾ ਔਖਾ ਹੋ ਜਾਂਦਾ ਹੈ, ਅਗਰ ਸਕੂਲ ਚਲਾਉਣਾ ਤਾਂ ਬਹੁਤ ਵੱਡੀ ਗੱਲ ਹੈ। ਅਗਰ ਸਕੂਲ ਅਸੀਂ ਤਨੋ ਮਨੋ ਇਮਾਨਦਾਰੀ ਨਾਲ ਚਲਾਉਣੇ ਆ ਤੇ ਸ਼ਾਇਦ ਉਹ ਸਾਡਾ ਸਕੂਲ ਵਾਲਾ ਪਰਿਵਾਰ ਪ੍ਰੋਗਰੈਸ ਵੀ ਕਰਦਾ ਹੈ ਜੀ। ਤੇ ਜਿਵੇਂ ਟੀਚਰ ਇਜ਼ ਦਾ ਮਦਰ ਆਫ ਆਲ ਪ੍ਰੋਫੈਸ਼ਨਸ ਆਪਾਂ ਕਹਿ ਦਿੰਦੇ ਆ, ਜਾਂ ਮੈਂ ਆਮ ਇਹ ਗੱਲ ਕਿਹਾ ਕਰਦਾ ਵੀ ਇਫ ਐਜੂਕੇਸ਼ਨ ਇਜ਼ ਐਕਸਪੈਂਸਿਵ ਟਰਾਈ ਇਗਨੋਰੈਂਸ, ਮੀਨਸ ਅਗਰ ਪੜ੍ਹਾਈ ਮਹਿੰਗੀ ਲੱਗਦੀ ਏ ਤੇ ਇੱਕ ਅਨਪੜ੍ਹ ਰਹਿ ਕੇ ਦੇਖ ਲਓ ਉਹ ਕਿੰਨਾ ਮਹਿੰਗਾ ਪੈਂਦਾ ਹੈ। ਸ਼ਾਇਦ ਅਸੀਂ ਵੀ ਇੱਕ ਪਿੰਡੂ ਪਰਿਵਾਰਾਂ ਚੋਂ ਉੱਠੇ ਹੋਏ ਆ, ਇੱਕ ਆਮ ਪਰਿਵਾਰਾਂ ਚੋਂ ਪੜ੍ਹ ਕੇ ਇੱਕ ਬੱਚੇ ਤੋਂ ਚਲਦੇ ਮਿਹਨਤ ਕਰਦੇ ਬੱਚਿਆਂ ਬਾਰੇ ਪਹਿਲਾਂ ਤਾਂ ਸਾਨੂੰ ਇਹ ਸੀ ਵੀ ਸਾਨੂੰ ਰੁਜ਼ਗਾਰ ਨਹੀਂ ਸੀ ਮਿਲਦਾ, ਅਸੀਂ ਆਪਣੇ ਰੁਜ਼ਗਾਰ ਵਾਸਤੇ ਕਾਫੀ ਹੱਥ ਪੈਰ ਮਾਰੇ, ਕਦੇ ਟਿਊਸ਼ਨ ਕੀਤੀ, ਕਦੇ ਕੁਛ ਕੀਤੀ, ਚਲਦੇ ਚਲੋ ਸਕੂਲ ਸ਼ੁਰੂ ਕਰ ਲਿਆ। ਸਕੂਲ ਚਲਦੇ ਇਹ ਸੋਚਿਆ ਵੀ ਹੁਣ ਮੇਰੇ ਰੁਜ਼ਗਾਰ ਦਾ ਮਸਲਾ ਖਤਮ ਹੋ ਗਿਆ, ਹੁਣ ਆਮ ਸਮਾਜ ਦੇ ਰੁਜ਼ਗਾਰ ਦਾ ਮਸਲਾ ਹੈ। ਉਹਨਾਂ ਬਾਰੇ ਵੀ ਸੋਚਿਆ ਹੈ। ਉਹਨਾਂ ਬਾਰੇ ਕੀ ਸੋਚਿਆ ਵੀ ਉਹਨਾਂ ਨੂੰ 1500 ਤੋਂ ਚੱਲ ਕੇ 15,000 ਤੱਕ ਸੈਲਰੀ ਪਹੁੰਚਾ ਦਿੱਤੀ। ਕਿ ਹੋਇਆ ਕਿਵੇਂ ਆ, ਜੇ ਅਸੀਂ ਬੱਚਿਆਂ ਬਾਰੇ ਚੰਗਾ ਸੋਚਿਆ, ਅੱਛਾ ਬੱਚਿਆਂ ਬਾਰੇ ਜੇ ਚੰਗਾ ਸੋਚਿਆ, ਲੋਕਾਂ ਨੇ ਸਾਡੇ ਬਾਰੇ ਚੰਗਾ ਸੋਚਿਆ, ਜੇ ਲੋਕਾਂ ਨੇ ਸਾਡੇ ਬਾਰੇ ਚੰਗਾ ਸੋਚਿਆ ਤੇ ਸਾਡੇ ਉਹਦੇ ਟੀਚਰਾਂ ਦਾ ਵੀ ਭਲਾ ਹੋਇਆ। ਇੱਕ ਫੈਮਿਲੀ ਹੈ, ਇਸ ਫੈਮਿਲੀ ਵਿੱਚ ਰਲ ਮਿਲ ਕੇ ਅਸੀਂ ਚੱਲੇ ਆ।
ਸ਼ਾਇਦ ਕਈ ਵਾਰੀ ਸਰਕਾਰ ਤੋਂ ਵੀ ਉਹੋ ਜਿਹੇ ਨਤੀਜੇ ਨਹੀਂ ਦਿੱਤੇ ਜਾਂਦੇ ਜਿਹੜੇ ਸਾਡੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਦਿੱਤੇ ਆ। ਪ੍ਰਾਈਵੇਟ ਸਕੂਲਾਂ ਦਾ ਜ਼ਿਆਦਾਤਰ ਨੈਗੇਟਿਵਿਟੀ ਸ਼ੋ ਕੀਤੀ ਜਾਂਦੀ ਹੈ, ਹਾਲਾਂਕਿ ਪ੍ਰਾਈਵੇਟ ਸਕੂਲਾਂ ਦਾ ਬਹੁਤ ਵੱਡਾ ਸਕਾਰਾਤਮਕ ਰੋਲ ਹੈ ਸਮਾਜ ਵਿੱਚ, ਬਹੁਤ ਵੱਡਾ ਪੋਜ਼ਿਟਿਵ ਰੋਲ ਹੈ। ਤੁਸੀਂ ਆਮ ਪ੍ਰਾਈਵੇਟ ਸਕੂਲਾਂ ਦੇ ਬੱਚੇ ਦੇਖੋ, ਮੈਰੀਟੋਰੀਅਸ ਹੋਣਗੇ, ਉਸ ਤੋਂ ਬਾਅਦ ਜਿੰਨੇ ਵੀ ਕੋਈ ਨੈਸ਼ਨਲ ਲੈਵਲ ਦੇ ਟੈਸਟ ਉਹਦੇ ਵਿੱਚ ਜ਼ਿਆਦਾ ਅਚੀਵਰਸ ਪ੍ਰਾਈਵੇਟ ਸਕੂਲਸ ਦੇ ਹੁੰਦੇ ਆ। ਅਸੀਂ ਸਿਰਫ ਨਾਟ ਓਨਲੀ ਫॉर देयर ਐਜੂਕੇਸ਼ਨ ਪਰਫਾਰਮੈਂਸ ਮਤਲਬ ਵੀ ਆਰ ਰਿਸਪੌਂਸਿਬਲ, ਇੱਥੋਂ ਤੱਕ ਜੇ ਬੱਚਾ ਕੋਈ ਗਲਤ ਐਂ ਲੱਗਦਾ ਵੀ ਬੱਚੇ ਦੀ ਸੋਚ ਗਲਤ ਪਾਸੇ ਜਾ ਰਹੀ ਹੈ, ਅਸੀਂ ਉਹਨੂੰ ਵੀ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਇਹ ਹੁੰਦਾ ਵੀ ਸਾਡਾ ਆਪਣਾ ਬੱਚਾ ਹੈ। ਅੱਛਾ, ਬੱਚੇ ਦੇ ਕਰੈਕਟਰ ਬਾਰੇ ਵੀ ਧਿਆਨ ਰੱਖਦੇ ਆ, ਬੱਚੇ ਦੀਆਂ ਹਰਕਤਾਂ ਬਾਰੇ ਵੀ ਧਿਆਨ ਰੱਖਦੇ ਆ, ਬੱਚੇ ਦੀ ਸਿਹਤ ਬਾਰੇ ਵੀ ਧਿਆਨ ਰੱਖਦੇ ਆ। ਮਤਲਬ ਕਿੰਨੀਆਂ ਕੁ ਜ਼ਿੰਮੇਵਾਰੀਆਂ ਜੇ ਸੱਚੀ ਪੁੱਛੋ ਤੇ ਸ਼ਾਇਦ ਸਕੂਲ ਚਲਾਉਣਾ ਕੋਈ ਖਾਲਾ ਜੀ ਦਾ ਬੜਾ ਨਹੀਂ। ਔਰ ਪ੍ਰਾਈਵੇਟ ਸਕੂਲਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਮਾਜ ਵਿੱਚ। ਅੱਜ ਜੇ ਦੇਖਿਆ ਜਾਏ, ਸ਼ਾਇਦ ਜੇ ਪ੍ਰਾਈਵੇਟ ਸਕੂਲਾਂ ਦਾ ਇੰਨਾ ਯੋਗਦਾਨ ਨਾ ਹੁੰਦਾ ਤੇ ਸਰਕਾਰੀ ਸਕੂਲਾਂ ਨੇ ਕਦੋਂ ਦੇ ਖਤਮ ਕਰ ਦੇਣੇ ਸੀ ਪ੍ਰਾਈਵੇਟ ਸਕੂਲ। ਹਰ ਇੱਕ ਬੰਦੇ ਦੀ ਇੱਕ ਇੱਛਾ ਹੁੰਦੀ ਏ ਵੀ ਸਾਡਾ ਚੰਗੇ ਸਕੂਲ 'ਚ ਬੱਚਾ ਪੜ੍ਹੇ। ਜਿਵੇਂ ਆਮ ਕਿਹਾ ਜਾਂਦਾ ਸਕੂਲ ਲੁੱਟਦੇ ਨੇ, ਮੈਂ ਉਸ ਗੱਲ ਦਾ ਵੀ ਥੋੜਾ ਜਿਹਾ ਇਸ ਗੱਲ ਦਾ ਵਿਰੋਧ ਕਰਦਾ। ਅਗਰ ਜਿਹੜੇ ਸਕੂਲ ਲੁੱਟਦੇ ਆ ਉੱਥੇ ਤੁਸੀਂ ਕਿਉਂ ਜਾਂਦੇ ਹੋ? ਅਗਰ ਉਹ ਲੁੱਟ ਰਹੇ ਆ, ਤੁਸੀਂ ਬੱਚਾ ਨਰਸਰੀ 'ਚ ਦਾਖਲ ਕਰਾ ਦਿੱਤਾ, +2 ਤੱਕ ਬੱਚਾ ਉੱਥੇ ਰੱਖਿਆ, 12 ਸਾਲ ਉਹਨਾਂ ਤੁਹਾਨੂੰ ਲੁੱਟਿਆ, ਤੁਸੀਂ ਉਹ ਸਕੂਲ ਨੂੰ ਕਿਉਂ ਨਹੀਂ ਛੱਡਿਆ? ਨਾ ਛੱਡਣ ਦਾ ਕਾਰਨ ਇਹ ਸੀ ਵੀ ਸਕੂਲ 'ਚ ਕੁਛ ਨਾ ਕੁਛ ਸੀਗਾ, ਸਕੂਲ 'ਚ ਅੱਛੀ ਪੜ੍ਹਾਈ ਸੀ। ਹੁਣ ਆਪਾਂ ਕਹਿ ਦਿੰਦੇ ਆ ਫਲਾਣੇ ਸਕੂਲ ਇਸ ਤਰ੍ਹਾਂ ਕਰਦਾ ਹੈ, ਫਲਾਣੇ ਸਕੂਲ ਵਾਲੇ ਆ ਕਰਦੇ। ਆਖਰਕਾਰ ਉਹਨਾਂ ਦੀਆਂ ਸਹੂਲਤਾਂ ਵੀ ਦੇਖੀਆਂ ਜਾਣੀਆਂ ਚਾਹੀਦੀਆਂ, ਉਹਨਾਂ ਦੀ ਪੜ੍ਹਾਈ ਲਿਖਾਈ ਵੀ ਦੇਖੀ ਜਾਣੀ ਚਾਹੀਦੀ ਹੈ। ਜੋ ਸਾਡੇ ਟੀਚਰ ਰੋਲ ਕਰ ਰਹੇ ਆ, ਸ਼ਾਇਦ ਉਹ ਟੀਚਰਾਂ ਦੀਆਂ ਨਾ ਤਾਂ ਐਜ਼ ਆ ਸਕੂਲ ਹੈਡ ਮੈਂ ਉਹਨਾਂ ਨੂੰ ਪੇ ਬੈਕ ਕਰ ਸਕਦਾ, ਨਾ ਸਮਾਜ ਪੇ ਬੈਕ ਕਰ ਸਕਦਾ। ਮਤਲਬ ਮਨੀ ਕੈਨ ਬੀ ਪੇਡ ਬੈਕ ਬਟ ਐਜੂਕੇਸ਼ਨ ਕਾਂਟ ਬੀ। ਡਾਕਟਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਸਿਲੈਕਟ ਹੋਏ ਆ। ਉਹ ਤਰਨਤਾਰਨ ਇਹਨਾਂ ਦੇ ਇੱਕ ਗੱਡਾ ਪਤਾ ਨਹੀਂ ਉਸ ਪਿੰਡ ਦੇ ਜਿੱਥੇ ਸਕੂਲ ਨਹੀਂ ਸੀ, ਟੀਚਰ ਨਹੀਂ ਸੀ, ਜਿੱਥੇ ਮਤਲਬ ਜਾਨੀ ਤੱਪੜ ਇੱਕ ਕਮਰੇ ਵਾਲਾ ਸਕੂਲ ਸੀ। ਹੁਣ ਉਹ ਬੰਦਾ ਕਹਿੰਦਾ ਵੀ ਪੰਜਾਬੀ ਦੇ ਵਿੱਚ ਪੜ੍ਹ ਕੇ ਮੈਂ ਸਕੂਲਿੰਗ ਕੀਤੀ ਹੈ, ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਹੈ BSCs, MSCs, ਡਾਕਟਰੇਟ ਇਹ ਸਾਰੀਆਂ ਕੀਤੀਆਂ।